ਪਿਆਰੇ ਬੱਚਿਓ, ਸਤਿ ਸ਼੍ਰੀ ਅਕਾਲ। ਉਮੀਦ ਹੈ ਤੁਸੀਂ ਘਰ ਵਿੱਚ ਠੀਕ ਠਾਕ ਹੋਵੋਗੇ। ਅੱਜ ਆਪਾਂ ਕਹਾਣੀ ਬਸ਼ੀਰਾ ਬਾਰੇ ਪੜ੍ਹਾਂਗੇ। ਬਸ਼ੀਰਾ ਪ੍ਰਸਿੱਧ ਕਹਾਣੀਕਾਰ ਨਵਤੇਜ ਸਿੰਘ ਦੀ ਲਿਖੀ ਹੋਈ ਕਹਾਣੀ ਹੈ, ਜੋ ਕਿ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਸਪੁੱਤਰ ਹਨ। ਸਭ ਤੋਂ ਪਹਿਲਾਂ ਬੇਟਾ ਆਪਾਂ ਕਹਾਣੀ ਦੇ ਵਿਸ਼ੇ ਬਾਰੇ ਚਰਚਾ ਕਰਾਂਗੇ। ਕਹਾਣੀ ਦਾ ਵਿਸ਼ਾ ਹੈ ਵੀ ਸਮਾਜ ਵਿੱਚ ਹਰ ਇੱਕ ਬੱਚੇ ਨੂੰ ਵਿੱਦਿਆ ਹਾਸਿਲ ਕਰਨ ਦਾ ਹੱਕ ਮਿਲਣਾ ਚਾਹੀਦਾ। ਇਹ ਕਹਾਣੀ ਬੇਟਾ ਇੱਕ ਗਰੀਬ ਬੱਚੇ ਬਸ਼ੀਰੇ ਬਾਰੇ ਆ, ਜੋ ਕਿ ਆਪਣੀ ਘਰ ਦੀ ਗਰੀਬੀ ਕਰਕੇ ਪੜ੍ਹਾਈ ਵਿੱਚੇ ਛੱਡ ਦਿੰਦਾ ਏ। ਇਸ ਕਹਾਣੀ ਦੇ ਰਾਹੀਂ ਲੇਖਕ ਆਪਣਾ ਧਿਆਨ ਸਮਾਜ ਦੀ ਇਸ ਸਮੱਸਿਆ ਵੱਲ ਦਿਵਾਉਣਾ ਚਾਹੁੰਦਾ ਹੈ ਵੀ ਕਿਸ ਤਰ੍ਹਾਂ ਚੰਗੇ ਸਮਾਜ ਵਿੱਚ ਹਰ ਇੱਕ ਬੱਚੇ ਨੂੰ ਵਿੱਦਿਆ ਦਾ ਹੱਕ ਮਿਲਣਾ ਚਾਹੀਦਾ। ਹੁਣ ਬੇਟਾ ਕਹਾਣੀ ਦੇ ਵਿੱਚ ਦੇਖਦੇ ਹਾਂ ਵੀ ਕਹਾਣੀਕਾਰ ਅਤੇ ਬਸ਼ੀਰਾ ਚੰਗੇ ਦੋਸਤ। ਬੇਟਾ ਕਹਾਣੀਕਾਰ ਅਤੇ ਬਸ਼ੀਰਾ ਬਹੁਤ ਵਧੀਆ ਦੋਸਤ ਆ। ਜਦੋਂ ਵੀ ਉਹਨਾਂ ਨੇ ਕੋਈ ਖੇਡ ਖੇਡਣੀ ਹੁੰਦੀ ਤਾਂ ਉਹਨਾਂ ਦੋਵਾਂ ਦੀ ਕੋਸ਼ਿਸ਼ ਇਹ ਹੁੰਦੀ ਵੀ ਉਹ ਇਕੱਠੇ ਖੇਡਣ। ਲੇਖਕ ਦੇ ਨਾਲ ਜੇਕਰ ਕੋਈ ਲੜ ਵੀ ਪੈਂਦਾ ਤਾਂ ਬਸ਼ੀਰਾ ਉਹਦੀ ਮਦਦ ਦੇ ਲਈ ਹਮੇਸ਼ਾ ਅੱਗੇ ਆਉਂਦਾ। ਇਸ ਦੇ ਉਲਟ ਪੜ੍ਹਾਈ ਦੇ ਵਿੱਚ ਜੇਕਰ ਬਸ਼ੀਰੇ ਨੂੰ ਕੋਈ ਵੀ ਚੀਜ਼ ਸਮਝ ਨਾ ਆਉਂਦੀ ਤਾਂ ਲੇਖਕ ਉਹਦੀ ਮਦਦ ਕਰਨਾ ਹਮੇਸ਼ਾ ਆਪਣਾ ਫਰਜ਼ ਸਮਝਦਾ। ਜਦੋਂ ਇਮਤਿਹਾਨ ਦੀ ਤਿਆਰੀ ਕਰਨੀ ਹੁੰਦੀ ਦੋਵਾਂ ਨੇ ਤਾਂ ਦੋਵੇਂ ਇਕੱਠੇ ਹੀ ਬੈਠ ਕੇ ਕਰਦੇ। ਬਸ਼ੀਰੇ ਦੇ ਕਾਬਲੀ ਭੂੰਡ ਲੜਨਾ। ਬੇਟਾ ਲੇਖਕ ਨੂੰ ਯਾਦ ਆ ਵੀ ਛੋਟੇ ਹੁੰਦੇ ਇੱਕ ਵਾਰੀ ਇਹ ਬਹੁਤ ਰੋਇਆ ਸੀ, ਕਿਉਂਕਿ ਖੇਡਦਿਆਂ ਹੋਇਆਂ ਬਸ਼ੀਰੇ ਦੇ ਇੱਕ ਵਾਰੀ ਵੱਡਾ ਸਾਰਾ ਕਾਬਲੀ ਭੂੰਡ ਲੜ ਗਿਆ ਅਤੇ ਉਸਦੇ ਨੱਕ ਦੇ ਵਿੱਚੋਂ ਖੂਨ ਦੀ ਤਤੀਰੀ ਵਗ ਪਈ। ਲੇਖਕ ਇਹ ਘਟਨਾ ਦੇਖ ਕੇ ਬਹੁਤ ਬੇਵੱਸ ਹੋ ਗਿਆ ਅਤੇ ਉਸਨੂੰ ਇਸ ਤਰ੍ਹਾਂ ਮਹਿਸੂਸ ਹੋਣ ਲੱਗਾ ਵੀ ਜਿਵੇਂ ਇਹ ਜਿਹੜੀ ਸੂਝ ਆ ਉਸਦੇ ਆਪਣੇ ਮੱਥੇ 'ਤੇ ਚੜ੍ਹੀ ਹੋਵੇ। ਇੱਥੋਂ ਬੇਟਾ ਆਪਾਂ ਨੂੰ ਪਤਾ ਲੱਗਦਾ ਵੀ ਦੋਵੇਂ ਕਿੰਨੇ ਜ਼ਿਆਦਾ ਗੂੜ੍ਹੇ ਮਿੱਤਰ ਸੀ। ਸਕੂਲ ਵਿੱਚ ਯਾਰੀ ਤੋਂ ਸੜਨ ਵਾਲੇ ਮੁੰਡੇ। ਬੇਟਾ ਕਈ ਮੁੰਡੇ ਬਸ਼ੀਰੇ ਅਤੇ ਲੇਖਕ ਦੀ ਯਾਰੀ ਤੋਂ ਸੜਦੇ ਸੀ। ਲੇਖਕ ਪੜ੍ਹਾਈ ਵਿੱਚ ਬਹੁਤ ਵਧੀਆ ਸੀ ਅਤੇ ਬਸ਼ੀਰਾ ਖੇਡਾਂ ਅਤੇ ਦੌੜਾਂ ਦੇ ਵਿੱਚ। ਇਹ ਦੋਵੇਂ ਜਾਣੇ ਕਿਸੇ ਨੂੰ ਆਪਦੇ ਨੇੜੇ ਨਹੀਂ ਲੱਗਣ ਦਿੰਦੇ ਸੀ। ਬਸ਼ੀਰਾ ਬਹੁਤ ਵਧੀਆ ਗਾਉਂਦਾ ਸੀ। ਸਵੇਰ ਦੀ ਪ੍ਰਾਰਥਨਾ ਸਭਾ ਦੀ ਅਗਵਾਈ ਵੀ ਬਸ਼ੀਰਾ ਹੀ ਕਰਦਾ ਸੀ। ਬਸ਼ੀਰਾ ਕਹਾਣੀਕਾਰ ਤੋਂ ਪਹਿਲਾਂ ਇਸ ਸਕੂਲ ਵਿੱਚ ਪੜ੍ਹਦਾ ਸੀ ਅਤੇ ਪਹਿਲਾਂ ਜਦੋਂ ਲੇਖਕ ਦੇ ਆਉਣ ਤੋਂ ਪਹਿਲਾਂ ਇਹ ਪੜ੍ਹਾਈ ਦੇ ਵਿੱਚ ਬੇਟਾ ਸੀ, ਪਰ ਉਸ ਤੋਂ ਬਾਅਦ ਲੇਖਕ ਨੇ ਆਪਣੇ ਸਕੂਲ ਦੇ ਡਰਿੱਲ ਮਾਸਟਰ ਤੋਂ ਬੜਾ ਲੱਗਦਾ, PT ਮਾਸਟਰ ਤੋਂ ਲੇਖਕ ਨੂੰ, ਕਿਉਂਕਿ ਉਹਨੂੰ ਪਹਿਲਾਂ ਕੁਝ ਵੀ ਖੇਡਣਾ ਨਹੀਂ ਹੁੰਦਾ। ਪਰ ਦੋਵੇਂ ਇੰਨੇ ਵਧੀਆ ਮਿੱਤਰ ਬਣ ਗਏ ਵੀ ਜਿਹੜਾ ਲੇਖਕ ਆ ਉਹ ਖੇਡਾਂ ਵਿੱਚ ਵਧੀਆ ਹੋ ਗਿਆ ਅਤੇ ਬਸ਼ੀਰਾ ਪੜ੍ਹਾਈ ਦੇ ਵਿੱਚ ਬਹੁਤ ਵਧੀਆ ਹੋ ਗਿਆ। ਬਸ਼ੀਰਾ ਫੁੱਟਬਾਲ ਦਾ ਚੰਗਾ ਖਿਡਾਰੀ। ਬੇਟਾ ਹੁਣ ਬਸ਼ੀਰਾ ਫੁੱਟਬਾਲ ਦਾ ਬਹੁਤ ਵਧੀਆ ਖਿਡਾਰੀ ਸੀ ਅਤੇ ਉਸਦੀ ਫੁੱਟਬਾਲ ਦੀ ਕਿੱਕ ਬੜੀ ਮਸ਼ਹੂਰ ਸੀ। ਜਦੋਂ ਵੀ ਕਿਸੇ ਸਕੂਲ ਦਾ ਮੈਚ ਹੁੰਦਾ ਤਾਂ ਦੂਸਰੀ ਟੀਮ ਦੀ ਇਹੀ ਕੋਸ਼ਿਸ਼ ਹੁੰਦੀ ਵੀ ਬਸ਼ੀਰੇ ਦੇ ਗਿੱਡੇ ਗੋਟੇ ਭੰਨੇ ਜਾਣ, ਪਰ ਉਸਨੂੰ ਚੋਟ ਬਹੁਤ ਘੱਟ ਲੱਗਦੀ। ਉਹ ਫੁੱਟਬਾਲ ਨੂੰ ਇਸ ਤਰ੍ਹਾਂ ਘੁਮਾਉਂਦਾ ਸੀ ਕਿ ਸਾਰੇ ਉਹਦੀਆਂ ਉੱਚੀ ਉੱਚੀ ਤਾਰੀਫਾਂ ਕਰਦੇ ਸੀ ਅਤੇ ਲੇਖਕ ਨੂੰ ਵੀ ਬਸ਼ੀਰੇ ਦੀਆਂ ਤਾਰੀਫਾਂ ਸੁਣਨੀਆਂ ਬਹੁਤ ਵਧੀਆ ਲੱਗਦੀਆਂ ਸੀ। ਲੇਖਕ ਦੇ ਜਨਮ ਦਿਨ 'ਤੇ ਬਸ਼ੀਰੇ ਦਾ ਆਉਣਾ। ਫਿਰ ਬੇਟਾ ਜਦੋਂ ਵੀ ਲੇਖਕ ਆਪਣਾ ਜਨਮ ਦਿਨ ਮਨਾਉਂਦਾ ਸੀ ਤਾਂ ਆਪਣੇ ਦੋਸਤ ਬਸ਼ੀਰੇ ਨੂੰ ਜ਼ਰੂਰ ਬੁਲਾਉਂਦਾ ਸੀ। ਉਹਦੇ ਘਰ ਸੋਹਣੇ ਕੱਪੜੇ ਪਾ ਕੇ ਮੁੰਡੇ ਕੁੜੀਆਂ ਆਉਂਦੇ, ਕਈ ਤਰ੍ਹਾਂ ਦੇ ਖਿਡੌਣੇ, ਚਾਕਲੇਟ, ਟੌਫੀਆਂ, ਗਿਫਟ ਲੈ ਕੇ ਉਹਨਾਂ ਦੇ ਲਈ ਆਉਂਦੇ ਸੀ ਉਹ। ਅਤੇ ਲੇਖਕ ਨੂੰ ਅੰਗਰੇਜ਼ੀ ਗੀਤ ਗਾਉਂਦੀਆਂ ਕੁੜੀਆਂ ਅਤੇ ਸੁਗਾਤਾਂ ਲੱਦੇ ਮੁੰਡੇ ਚੰਗੇ ਨਹੀਂ ਲੱਗਦੇ ਸੀ। ਕਿਉਂ ਨਹੀਂ ਚੰਗੇ ਲੱਗਦੇ ਸੀ ਬੇਟਾ? ਕਿਉਂਕਿ ਬਸ਼ੀਰਾ ਉਹਨਾਂ ਦੇ ਸਾਹਮਣੇ ਚੁੱਪ ਕਰਕੇ ਬੈਠਾ ਰਹਿੰਦਾ ਸੀ, ਕਿਉਂਕਿ ਬਸ਼ੀਰਾ ਗਰੀਬ ਸੀ ਅਤੇ ਉਹ ਆਪਣੇ ਆਪ ਨੂੰ ਨੀਵਾਂ ਸਮਝਦਾ ਸੀ। ਬਸ਼ੀਰਾ ਉਹਨਾਂ ਸਾਹਮਣੇ ਗਾਉਂਦਾ ਨਹੀਂ ਸੀ, ਬਸ ਇੱਕ ਪਾਸੇ ਸੁੰਗੜ ਕੇ ਬੈਠਾ ਰਹਿੰਦਾ ਸੀ। ਲੇਖਕ ਨੂੰ ਕਾਂਤੀ ਚੰਗੀ ਲੱਗਣੀ। ਫਿਰ ਬੇਟਾ ਲੇਖਕ ਨਾ ਮੁੰਡੇ ਕੁੜੀਆਂ ਦੇ ਵਿੱਚੋਂ ਜਿਹੜੀ ਕਾਂਤੀ ਕੁੜੀ ਉਹ ਬਹੁਤ ਚੰਗੀ ਲੱਗਦੀ ਸੀ, ਕਿਉਂਕਿ ਉਹ ਬਸ਼ੀਰੇ ਨਾਲ ਗੱਲ ਕਰਦੀ ਸੀ ਅਤੇ ਉਹਦੇ ਚਿਹਰੇ ਉੱਤੇ ਅਮੀਰੀ ਦਾ ਕੋਈ ਚਿੰਨ੍ਹ ਨਹੀਂ,
ਸਿਰਫ ਕਾਂਤੀ ਹੀ ਬਸ਼ੀਰੇ ਨੂੰ ਬੁਲਾਉਂਦੀ ਸੀ, ਇਸ ਲਈ ਲੇਖਕ ਨੂੰ ਕਾਂਤੀ ਵਧੀਆ ਲੱਗਦੀ ਸੀ। ਇੱਕ ਵਾਰੀ ਉਸਨੇ ਕੀ ਕੀਤਾ ਵੀ ਲੇਖਕ ਦੇ ਗਿਫਟ ਦੇ ਵਿੱਚੋਂ ਲਿਆਂਦੀ ਹੋਈ ਇੱਕ ਜਰਸੀ ਬਸ਼ੀਰੇ ਨੂੰ ਵੀ ਦਿੱਤੀ ਸੀ, ਅਤੇ ਇਹ ਗੱਲ ਲੇਖਕ ਨੂੰ ਬਹੁਤ ਵਧੀਆ ਲੱਗਦੀ ਸੀ। ਲੇਖਕ ਵੱਲੋਂ ਬਸ਼ੀਰੇ ਨੂੰ ਫੁੱਟਬਾਲ ਦੇਣਾ। ਫਿਰ ਲੇਖਕ ਦਾ ਕਮਰਾ, ਅਲਮਾਰੀ, ਸੰਦੂਕ ਸਭ ਕੁਝ ਜਨਮ ਦੀਆਂ ਸੁਗਾਤਾਂ ਦੇ ਨਾਲ ਬੇਟਾ ਭਰ ਜਾਂਦਾ। ਪਰ ਲੇਖਕ ਆਪਣੇ ਜਨਮ ਦਿਨ 'ਤੇ ਬਸ਼ੀਰੇ ਨੂੰ ਕੁਝ ਯਾਰੀ ਦੀ ਨਿਸ਼ਾਨੀ ਦੇਣ ਦੇ ਵਿੱਚ ਮਾਣ ਮਹਿਸੂਸ ਕਰਦਾ ਸੀ। ਇੱਕ ਵਾਰੀ ਲੇਖਕ ਨੇ ਉਸਨੂੰ ਇੱਕ ਬਹੁਤ ਵਧੀਆ ਫੁੱਟਬਾਲ ਦਿੱਤਾ ਸੀ, ਜਿਸ ਨੂੰ ਲੈ ਕੇ ਉਹ ਬਹੁਤ ਖੁਸ਼ ਹੋਇਆ ਸੀ। ਫਿਰ ਇਹ ਦੋਵੇਂ ਜਾਣੇ ਬੇਟਾ ਸਕੂਲ ਦੇ ਵਿੱਚ ਬੈਠੇ ਬਚਪਨ ਦੀਆਂ ਉਡਾਰੀਆਂ ਵਿੱਚ ਪਹੁੰਚ ਜਾਂਦੇ। ਲੇਖਕ ਬਸ਼ੀਰੇ ਨਾਲ ਬੈਠਾ ਕਦੇ ਸਲਾਹਾਂ ਕਰਦਾ। ਦੋਵੇਂ ਜਾਣੇ ਜਦੋਂ ਬਚਪਨ ਦੀਆਂ ਉਡਾਰੀਆਂ ਵਿੱਚ ਜਾਂਦੇ ਤਾਂ ਲੇਖਕ ਕਹਿੰਦਾ ਵੀ ਅਸੀਂ ਕਾਲਜ ਵਿੱਚ ਇਕੱਠੇ ਹੀ ਪੜ੍ਹਾਂਗੇ। ਬਸ਼ੀਰਾ ਯੂਨੀਵਰਸਿਟੀ ਦੀ ਟੀਮ ਵਿੱਚ ਫੁੱਟਬਾਲ ਖੇਡੂਗਾ ਅਤੇ ਲੇਖਕ ਕਿਤਾਬਾਂ ਲਿਖੂਗਾ। ਬਸ਼ੀਰਾ ਲੇਖਕ ਨੂੰ ਕਹਿੰਦਾ ਹੈ ਕਿ ਕਹਾਣੀ ਵਿੱਚ ਉਹ ਉਸ ਬਾਰੇ ਵੀ ਲਿਖੇ, ਕਿਉਂਕਿ ਉਸਨੇ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਹਨ। ਜਦੋਂ ਵੀ ਉਸ ਦੀ ਕਿਤਾਬ ਦੇਖੇਗਾ ਤਾਂ ਉਸਨੂੰ ਮਾਣ ਮਹਿਸੂਸ ਹੋਵੇਗਾ ਕਿ ਉਸਦੇ ਦੋਸਤ ਨੇ ਇਹ ਕਿਤਾਬ ਲਿਖੀ ਹੈ। ਉਸ ਤੋਂ ਬਾਅਦ ਉਹ ਇਕੱਠੇ ਬਾਹਰ ਦੇਸ਼ਾਂ ਦੀ ਸੈਰ ਕਰਨ ਲਈ ਸੁਪਨਿਆਂ ਦੀਆਂ ਉਡਾਰੀਆਂ ਵਿੱਚ ਚਲੇ ਜਾਂਦੇ। ਬਸ਼ੀਰਾ ਲੇਖਕ ਨੂੰ ਛੇੜਦਾ ਹੈ। ਇੱਕ ਵਾਰੀ ਬਸ਼ੀਰਾ ਲੇਖਕ ਨੂੰ ਕਹਿੰਦਾ ਹੈ ਵੀ ਜਦੋਂ ਵਾਪਸ ਜਹਾਜ਼ ਤੋਂ ਉਤਰਨਗੇ ਤਾਂ ਅੱਗੇ ਉਹ ਕੁੜੀ ਕਾਂਤੀ ਖੜੀ ਹੋਊਗੀ। ਬੇਟਾ ਉਹੀ ਕੁੜੀ ਜਿਹੜੀ ਜਨਮ ਦਿਨ 'ਤੇ ਲੇਖਕ ਨੂੰ ਅੱਛੀ ਲੱਗਦੀ ਸੀ। ਉਹ ਫਿਰ ਲੇਖਕ ਦੇ ਹਾਰ ਪਾਏਗੀ ਅਤੇ ਬਸ਼ੀਰੇ ਦੇ ਵੀ, ਕਿਉਂਕਿ ਬਸ਼ੀਰਾ ਵੀ ਤਾਂ ਕਹਾਣੀਕਾਰ ਦਾ ਦੋਸਤ ਹੀ ਹੈ। ਅਤੇ ਲੇਖਕ ਅਤੇ ਕਾਂਤੀ ਫਿਰ ਵਿਆਹ ਕਰ ਲੈਣਗੇ। ਲੇਖਕ ਨੂੰ ਬਸ਼ੀਰੇ ਦੀਆਂ ਇਹ ਗੱਲਾਂ ਉਸ ਸਮੇਂ ਬਹੁਤ ਚੰਗੀਆਂ ਲੱਗਦੀਆਂ ਅਤੇ ਉਹ ਸ਼ਰਮਾ ਕੇ ਚੁੱਪ ਕਰ ਜਾਂਦਾ। ਬਸ਼ੀਰੇ ਦਾ ਸਕੂਲ ਨਾ ਆਉਣਾ। ਇੱਕ ਦਿਨ ਬੇਟਾ ਬਸ਼ੀਰਾ ਸਕੂਲ ਨਹੀਂ ਆਉਂਦਾ। ਲੇਖਕ ਨੇ ਸੋਚਿਆ ਵੀ ਸ਼ਾਇਦ ਮਲੇਰੀਏ ਦਾ ਮੌਸਮ ਹੈ ਅਤੇ ਉਸਨੂੰ ਬੁਖਾਰ ਹੈ, ਤਾਂ ਕਰਕੇ ਬਸ਼ੀਰੇ ਨੂੰ ਬੁਖਾਰ ਚੜ੍ਹ ਜਾਂਦਾ। ਲੇਖਕ ਅਤੇ ਬਸ਼ੀਰੇ ਦਾ ਪਿੰਡ 3 ਕੋਹ ਦਾ ਫਰਕ ਹੁੰਦਾ। ਬੇਟਾ 3 ਕੋਹ ਅਸੀਂ 6 ਕਿਲੋਮੀਟਰ ਬਣ ਜਾਂਦਾ। ਇਸ ਲਈ ਬਸ਼ੀਰੇ ਦਾ ਪਤਾ ਲੈਣ ਲਈ ਲੇਖਕ ਵੀ ਇੰਨੀ ਦੂਰ ਨਹੀਂ ਜਾ ਸਕਦਾ ਸੀ। 5-7 ਦਿਨ ਦੀ ਉਡੀਕ ਤੋਂ ਬਾਅਦ ਲੇਖਕ ਨੂੰ ਆਪਣੇ ਮਿੱਤਰ ਨੂੰ ਮਿਲਣ ਦੀ ਤਾਂਘ ਜਾਗਦੀ ਹੈ ਅਤੇ ਉਹ ਉਸਦੇ ਪਿੰਡ ਚਲਿਆ ਜਾਂਦਾ। ਚਰਾਂਦ ਵਿੱਚ ਬਸ਼ੀਰੇ ਦਾ ਮਿਲਣਾ। ਪਿੰਡ ਦੇ ਬਾਰ-ਬਾਰ ਜਦੋਂ ਲੇਖਕ ਪਹੁੰਚਦਾ ਹੈ ਤਾਂ ਚਰਾਂਦ ਬਸ਼ੀਰਾ ਮੱਝਾਂ ਚਰਾਉਂਦਾ ਹੋਇਆ ਲੇਖਕ ਨੂੰ ਮਿਲਦਾ ਹੈ। ਲੇਖਕ ਦੇ ਪੁੱਛਣ 'ਤੇ ਬਸ਼ੀਰਾ ਉਹਨੂੰ ਦੱਸਦਾ ਹੈ ਕਿ ਉਸਦੇ ਬਾਪ ਨੇ ਮੱਝ ਖਰੀਦ ਲਈ ਹੈ ਅਤੇ ਉਸਨੂੰ ਪੜ੍ਹਾਈ ਤੋਂ ਹਟਾ ਕੇ ਮੱਝ ਚਾਰਨ ਲਈ ਲਾ ਦਿੱਤਾ ਹੈ। ਇਹ ਗੱਲ ਸੋਚ ਕੇ ਲੇਖਕ ਬੇਟਾ ਸੋਚਾਂ ਵਿੱਚ ਪਿਆ ਜਾਂਦਾ। ਹੁਣ ਆਪਾਂ ਕਹਾਣੀ ਦੇ ਅੰਤ ਵੱਲ ਆ ਰਹੇ ਹਾਂ। ਲੇਖਕ ਦੀ ਸੋਚ। ਲੇਖਕ ਸੋਚਦਾ ਹੈ ਵੀ ਜਿਹੜਾ ਫੁੱਟਬਾਲ ਉਸਨੇ ਬਸ਼ੀਰੇ ਨੂੰ ਦਿੱਤਾ ਸੀ, ਸ਼ਾਇਦ ਉਹ ਵੀ ਉਸਦਾ ਪਹਿਲਾ ਅਤੇ ਆਖਰੀ ਫੁੱਟਬਾਲ ਸੀ। ਲੇਖਕ ਸੋਚਦਾ ਕਿ ਉਸਨੇ ਬਸ਼ੀਰੇ ਨੂੰ ਫੁੱਟਬਾਲ ਤਾਂ ਦੇ ਦਿੱਤਾ, ਪਰ ਉਸਨੂੰ ਖੇਡਣ ਦੀ ਉਹ ਵਿਹਲ ਨਹੀਂ ਦੇ ਸਕਿਆ। ਨਾ ਬੇਟਾ ਬਾਅਦ ਦੇ ਵਿੱਚ ਉਸ ਸਮੇਂ ਤਾਂ ਲੇਖਕ ਨੂੰ ਕੁਝ ਸਮਝ ਨਹੀਂ ਆਉਂਦਾ, ਕਿਉਂਕਿ ਉਸਦਾ ਸਬੰਧ ਦੁੱਧ ਦੇ ਨਾਲ, ਸਿਰਫ ਮੱਝ ਦਾ ਸਬੰਧ ਦੁੱਧ ਦੇ ਨਾਲ ਸੀ ਵੀ ਮੱਝ ਖਰੀਦੀ ਆ ਅਤੇ ਦੁੱਧ ਪੀ ਲਿਆ ਜਾਂਦਾ। ਪਰ ਉਸਨੂੰ ਉਸ ਸਮੇਂ ਇਸ ਗੱਲ ਦੀ ਸਮਝ ਨਹੀਂ ਸੀ ਕਿ ਮੱਝ ਖਰੀਦਣ ਦਾ ਮਤਲਬ ਸੀ ਮੱਝ ਦੀ ਦੇਖਭਾਲ ਕਰਨਾ, ਕਿਉਂਕਿ ਬਸ਼ੀਰਾ ਗਰੀਬ ਸੀ ਅਤੇ ਉਹ ਦੁੱਧ ਵੇਚਦੇ ਸੀ, ਜਦ ਕਿ ਬਸ਼ੀਰੇ ਨੇ ਕਿਹੜਾ ਦੁੱਧ ਪੀਣਾ ਸੀ। ਇਸ ਲਈ ਲੇਖਕ ਦੀ ਸੋਚ ਦੇ ਵਿੱਚ ਲੇਖਕ ਸੋਚਦਾ ਹੈ ਵੀ ਉਹ ਬਸ਼ੀਰੇ ਨੂੰ ਫੁੱਟਬਾਲ ਤਾਂ ਦੇ ਦਿੱਤਾ, ਪਰ ਉਹਨੂੰ ਉਹ ਵਿਹਲ ਨਹੀਂ ਦੇ ਸਕਿਆ। ਨਾ ਬਸ਼ੀਰਾ ਕਾਲਜ ਜਾ ਸਕਿਆ ਅਤੇ ਨਾ ਹੀ ਯੂਨੀਵਰਸਿਟੀ ਦੀ ਫੁੱਟਬਾਲ ਟੀਮ ਵਿੱਚ ਖੇਡ ਸਕਿਆ। ਪਰ ਲੇਖਕ ਕਹਿੰਦਾ ਕਿ ਉਹ ਬਸ਼ੀਰੇ ਦਾ ਹਾਲ ਜ਼ਰੂਰ ਲਿਖੂਗਾ, ਜਿਸ ਰਾਹੀਂ ਉਹ ਜ਼ਿੰਦਗੀ ਦੇ ਲਈ ਸੰਗਰਾਮ ਕਰੇਗਾ, ਜਿਸ ਵਿੱਚ ਠੇਕੇਦਾਰ ਸਾਰਾ ਦੁੱਧ ਨਹੀਂ ਲਿਜਾਣਗੇ, ਬਸ਼ੀਰੇ ਵੀ ਦੁੱਧ ਪੀਣਗੇ। ਬਸ਼ੀਰੇ ਵਰਗੇ ਬਾਲ ਮਨਾਂ ਦੀਆਂ ਉਡਾਰੀਆਂ ਨੂੰ ਕੋਈ ਮੱਝ ਦੇ ਕਿੱਲੇ ਨਾਲ ਨਹੀਂ ਬੰਨ੍ਹ ਸਕੇਗਾ। ਫਿਰ ਬੇਟਾ ਨਵਤੇਜ ਸਿੰਘ ਨੇ ਇਹ ਕਹਾਣੀ ਲਿਖ ਕੇ ਆਪਣੇ ਦੋਸਤ ਦੀ ਉਸ ਮਨੋਸਥਿਤੀ ਨੂੰ ਬਿਆਨ ਕੀਤਾ ਹੈ
ਕਿ ਕਿਸ ਤਰ੍ਹਾਂ ਗਰੀਬ ਘਰਾਂ ਦੇ ਲੋਕ ਆਪਣੀਆਂ ਆਰਥਿਕ ਮਜਬੂਰੀਆਂ ਕਾਰਨ ਆਪਣੀਆਂ ਇੱਛਾਵਾਂ ਪੂਰੀਆਂ ਨਹੀਂ ਕਰ ਸਕਦੇ। ਇਸ ਕਹਾਣੀ ਦੇ ਵਿਸ਼ੇ ਦੇ ਵਿੱਚ ਵੀ ਬੇਟਾ ਅਸੀਂ ਇਹ ਪੜ੍ਹਿਆ ਵੀ ਹਰ ਗਰੀਬ ਬੱਚੇ ਨੂੰ ਵਿੱਦਿਆ ਦਾ ਅਧਿਕਾਰ ਮਿਲਣਾ ਚਾਹੀਦਾ ਅਤੇ ਇਹ ਕਹਾਣੀ ਲੇਖਕ ਅਤੇ ਵਸ਼ੀਰੇ ਦੀ ਦੋਸਤੀ ਨੂੰ ਪ੍ਰਗਟ ਕਰਦੀ ਹੈ। ਹਾਂਜੀ ਬੇਟਾ, ਹੁਣ ਆਪਾਂ ਕਹਾਣੀ ਆਪਣੀ ਪੂਰੀ ਹੋ ਚੁੱਕੀ ਹੈ। ਅਭਿਆਸ ਲਈ ਮੈਂ ਤੁਹਾਨੂੰ ਕੁਝ ਪ੍ਰਸ਼ਨ ਉੱਤਰ ਦਿੱਤੇ ਆ ਵੀ ਇਸ ਕਹਾਣੀ ਦੀ ਕਿਹੜੀ ਘਟਨਾ ਨੇ ਲੇਖਕ ਨੂੰ ਰੋਣ ਲਈ ਮਜਬੂਰ ਕਰ ਦਿੱਤਾ। ਹਾਂਜੀ ਬੇਟਾ, ਆਪਾਂ ਕਹਾਣੀ ਦੇ ਵਿੱਚ ਪੜ੍ਹ ਚੁੱਕੇ ਹਾਂ, ਤਾਂ ਤੁਸੀਂ ਇਹਨਾਂ ਦੇ ਉੱਤਰ ਮੈਨੂੰ ਲਿਖ ਕੇ ਦੱਸਣੇ ਆ। ਪੜ੍ਹਾਈ ਦੇ ਨਾਲ ਨਾਲ ਵਸ਼ੀਰਾ ਸਕੂਲ ਦੀਆਂ ਹੋਰ ਕਿਹੜੀਆਂ ਕਿਰਿਆਵਾਂ ਵਿੱਚ ਹਿੱਸਾ ਲੈਂਦਾ ਸੀ? ਤੀਸਰਾ ਕੁਐਸਚਨ, ਫੁੱਟਬਾਲ ਖੇਡ ਰਹੇ ਵਸ਼ੀਰੇ ਨੂੰ ਦੇਖ ਕੇ ਲੇਖਕ ਕੀ ਮਹਿਸੂਸ ਕਰਦਾ ਸੀ? ਚੌਥਾ ਕੁਐਸਚਨ, ਲੇਖਕ ਦਾ ਜਨਮ ਦਿਨ ਮਨਾਉਣ ਆਏ ਮੁੰਡੇ ਕੁੜੀਆਂ ਵਿੱਚੋਂ ਲੇਖਕ ਨੂੰ ਕਾਂਤੀ ਨਾਂ ਦੀ ਕੁੜੀ ਕਿਉਂ ਚੰਗੀ ਲੱਗਦੀ ਸੀ? ਪੰਜਵਾਂ ਕੁਐਸਚਨ, ਲੇਖਕ ਅਤੇ ਵਸ਼ੀਰਾ ਆਪਣੇ ਭਵਿੱਖ ਬਾਰੇ ਕੀ ਵਿਉਂਤਾਂ ਬਣਾਉਂਦੇ ਸਨ? ਇਹ ਬੇਟਾ ਕੁਐਸਚਨ ਹੈ, ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਪੜ੍ਹਨਾ ਹੈ ਅਤੇ ਇਹਨਾਂ ਨੂੰ ਆਪਣੀ ਕਾਪੀ ਦੇ ਉੱਪਰ ਲਿਖਣਾ ਹੈ। ਧੰਨਵਾਦ। ਉਮੀਦ ਹੈ ਕਿ ਤੁਸੀਂ ਘਰ ਵਿੱਚ ਹੀ ਹੋਵੋਗੇ ਅਤੇ ਸੁਰੱਖਿਅਤ ਰਹੋ।